ਹੈਲੋ ਸਟੂਡੈਂਟਸ। ਬੱਚੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪੰਜਾਬੀ ਦੇ ਜਿਹੜੀਆਂ ਕਵਿਤਾਵਾਂ ਨੇ ਉਹਨਾਂ ਦੀ ਰਿਵੀਜ਼ਨ ਕਰ ਰਹੇ ਹਾਂ ਅਤੇ ਹੁਣ ਤੱਕ ਆਪਾਂ 3 ਕਵੀਆਂ ਦੀ ਜਿਹੜੀ ਰਿਵੀਜ਼ਨ ਹੈ ਉਹ ਕਰ ਚੁੱਕੇ ਹਾਂ। ਹਾਲਾਂਕਿ ਜੂਨ ਦੇ ਜ਼ੂਮ ਸੈਸ਼ਨ ਦੇ ਵਿੱਚ ਵੀ ਉਹਨਾਂ ਦੀ ਰਿਵੀਜ਼ਨ ਹੋ ਗਈ ਸੀ, ਬਟ ਸਟਿਲ ਕਿਉਂਕਿ ਸੈਪਟੈਂਬਰ ਟੈਸਟ ਤੁਹਾਡੇ ਆ ਰਹੇ ਨੇ, ਇੱਕ ਵਾਰੀ ਫਿਰ ਤੋਂ ਮੈਂ ਰਿਵੀਜ਼ਨ ਕਰਵਾ ਰਹੀ ਹਾਂ। ਅਤੇ ਉਹਦੇ ਵਿੱਚ ਆਪਾਂ ਭਾਈ ਵੀਰ ਸਿੰਘ ਦੀ ਰਿਵੀਜ਼ਨ ਕਰ ਲਈ ਦੋਨੋਂ ਕਵਿਤਾਵਾਂ ਦੀ। ਧਨੀ ਰਾਮ ਚਾਤਰਿਕ, ਉਸ ਤੋਂ ਬਾਅਦ ਤਾਜ ਮਹਿਲ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਦੀ ਰਿਵੀਜ਼ਨ ਵੀ ਹੋ ਚੁੱਕੀ ਹੈ। ਤਾਂ 4 ਕਵੀ ਅਸੀਂ ਰੱਖੇ ਨੇ। ਉਸ ਹਿਸਾਬ ਨਾਲ ਅੱਜ ਸਾਡਾ ਚੌਥਾ ਅਤੇ ਆਖਰੀ ਕਵੀ ਜਿਹੜਾ ਹੈ ਉਹ ਹੈ ਕਵੀ ਹਰਭਜਨ ਸਿੰਘ, ਅਤੇ ਉਹਨਾਂ ਦੀ ਕਵਿਤਾ ਹੈ ਧੀ। ਤਾਂ ਬੱਚੋ, ਡਿਟੇਲ ਦੇ ਵਿੱਚ ਜ਼ੂਮ ਸੈਸ਼ਨ ਦੇ ਵਿੱਚ ਇਹ ਕਵਿਤਾ ਮੈਂ ਤੁਹਾਨੂੰ ਕਰਵਾਈ ਸੀ। ਅੱਜ ਫਟਾਫਟ ਰਿਵੀਜ਼ਨ ਲਈ ਥੋੜ੍ਹਾ ਜਿਹਾ ਆਈਡੀਆਜ਼ ਦੁਬਾਰਾ ਤੋਂ ਦੇ ਦਿੰਦੀ ਹਾਂ, ਤਾਂ ਕਿ ਜਿਹੜਾ ਹੈ ਆਉਣ ਵਾਲੇ ਜ਼ੂਮ ਸੈਸ਼ਨ ਦੇ ਵਿੱਚ ਤੁਸੀਂ ਇਹਦੀ ਪ੍ਰਸੰਗ ਸਹਿਤ ਵਿਆਖਿਆ ਜਾਂ ਵੈਰੀ ਸ਼ਾਰਟ ਪ੍ਰਸ਼ਨ ਉੱਤਰ, ਅੱਤ ਛੋਟੇ ਪ੍ਰਸ਼ਨ ਉੱਤਰ ਜਿਹੜੇ ਕਿ ਮੈਂ ਤੁਹਾਨੂੰ PDF ਫਾਰਮ ਦੇ ਵਿੱਚ ਭੇਜੇ ਆ, ਉਹਨਾਂ ਨੂੰ ਤੁਸੀਂ ਸੋਲਵ ਕਰ ਪਾਓ। ਤਾਂ ਬੱਚੋ, ਕਵਿਤਾ ਦੇ ਪ੍ਰਸੰਗ ਦੇ ਵਿੱਚ ਲਿਖੋਗੇ ਤੁਸੀਂ ਕਿ ਹਰਭਜਨ ਸਿੰਘ ਦੀ ਕਵਿਤਾ ਧੀ ਵਿੱਚੋਂ ਲਿਆ ਗਿਆ ਹੈ, ਜੋ ਕਿ ਸਾਡੀ ਪਾਠ ਪੁਸਤਕ ਕਾਵਿ ਯਾਤਰਾ ਵਿੱਚ ਦਰਜ ਹੈ। ਤਾਂ ਕਵਿਤਾ ਦਾ ਵਿਸ਼ਾ ਕੀ ਹੈ? ਪ੍ਰਸੰਗ ਦੇ ਵਿੱਚ ਵਿਸ਼ਾ ਕੀ ਲਿਖੋਗੇ ਕਿ ਇਸ ਕਵਿਤਾ ਵਿੱਚ ਕਵੀ ਔਰਤ ਜਾਤ ਦੀ, ਯਾਨੀ ਕਿ ਇਸਤਰੀ ਜਾਤੀ ਦੀ ਸਲਾਹਤਾ ਕਰਦਾ ਹੈ, ਉਹਨਾਂ ਦੀ ਪ੍ਰਸ਼ੰਸਾ ਕਰਦਾ ਹੈ ਅਤੇ ਦੱਸਦਾ ਹੈ ਕਿ ਸਮਾਜ ਦੇ ਵਿੱਚ ਜੇ ਕੋਈ ਬੈਲੈਂਸ ਕਾਇਮ ਹੈ, ਜੇ ਕੋਈ ਸੰਤੁਲਨ ਕਾਇਮ ਹੈ, ਜੇ ਕੋਈ ਦੁੱਖ ਤਕਲੀਫ ਨੂੰ ਜਰ ਰਿਹਾ ਹੈ, ਬਰਦਾਸ਼ਤ ਕਰ ਰਿਹਾ ਹੈ ਅਤੇ ਇਸ ਧਰਤੀ ਨੂੰ ਚਲਾ ਰਿਹਾ ਹੈ, ਤਾਂ ਉਹ ਸਿਰਫ ਔਰਤ ਹੈ। ਔਰ ਇਸ ਗੱਲ ਨੂੰ ਦੱਸਣ ਵਾਸਤੇ ਉਹ ਇਹਦੇ ਨਾਲ ਸੰਬੰਧਿਤ ਮਿੱਥ ਦੀ ਗੱਲ ਕਰਦਾ ਹੈ। ਆਪਾਂ ਪੜ੍ਹਦੇ ਹਾਂ ਕਵਿਤਾ। ਮਿੱਥ ਹੈ ਕਿ ਧਰਤੀ ਦੇ ਹੇਠ ਕਦੇ ਨਾ ਕਦੇ ਮੰਨਿਆ ਜਾਂਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਕਿ ਧਰਤੀ ਦੇ ਹੇਠਾਂ ਇੱਕ ਬਲਦ ਹੈ ਜਿਹਨੂੰ ਧੌਲਾ ਬਲਦ ਕਿਹਾ ਜਾਂਦਾ ਸੀ, ਔਰ ਮੰਨਿਆ ਜਾਂਦਾ ਸੀ ਕਿ ਧਰਤੀ ਉਹਦੇ ਸਿੰਗਾਂ 'ਤੇ ਟਿਕੀ ਹੋਈ ਆ। ਤਾਂ ਧਰਤੀ ਦਾ ਬੋਝ ਉਹਨੇ ਆਪਣੇ ਸਿੰਗਾਂ 'ਤੇ ਚੱਕਿਆ ਹੋਇਆ ਹੈ। ਜਦੋਂ ਉਹ ਆਪਣਾ ਸਿੰਗ ਹਿਲਾਉਂਦਾ ਹੈ, ਸਿੰਗ ਬਦਲਦਾ ਹੈ, ਇੱਕ ਸਿੰਗ 'ਤੇ ਧਰਤੀ ਚੱਕਿਆ ਉਹ ਥੱਕ ਜਾਂਦਾ ਹੈ, ਤਾਂ ਫਿਰ ਉਹ ਦੂਜੇ ਸਿੰਗ 'ਤੇ ਸ਼ਿਫਟ ਕਰਦਾ ਹੈ। ਤਾਂ ਲੋਕ ਮੰਨਦੇ ਸੀ ਭੂਚਾਲ ਆਉਂਦੇ ਆ, ਮਤਲਬ ਆ ਟੈਕਟੋਨਿਕ ਪਲੇਟਸ ਨਾਂ ਦੀ ਕੋਈ ਚੀਜ਼ ਹੈ, ਫਾਲਟ ਪਲੇਟਸ ਨੇ, ਇਹਨਾਂ ਦੀ ਕੋਈ ਐਕਟੀਵਿਟੀ ਹੈ ਜਿਸ ਕਰਕੇ ਅਰਥਕਵੈਕਸ ਆਉਂਦੇ, ਬਹੁਤ ਬਾਅਦ ਦੀ ਗੱਲ ਹੈ। ਤਾਂ ਵਿਸ਼ਵਾਸ ਇਹ ਸੀ ਕਿ ਧਰਤੀ ਧੌਲੇ ਬਲਦ ਦੇ ਸਿੰਗਾਂ 'ਤੇ ਟਿਕੀ ਹੋਈ ਹੈ। ਠੀਕ ਹੈ, ਤਾਂ ਕਵੀ ਉਸ ਲੋਕ ਵਿਸ਼ਵਾਸ ਨੂੰ ਲੈ ਕੇ ਚੱਲਦਾ ਹੈ। ਕਹਿੰਦਾ ਧਰਤੀ ਦੇ ਹੇਠਾਂ ਧੌਲ ਹੈ, ਧਰਮ ਹੈ, ਇੱਕ ਮੇਰੀ ਧੀ ਹੈ। ਉਹਨੂੰ ਧੀ ਮਤਲਬ ਇੱਥੇ ਕਵੀ ਇਹ ਕਹਿ ਰਿਹਾ ਮੇਰੀ ਧੀ, ਪਰ ਇਹਦਾ ਮਤਲਬ ਇਹ ਨਹੀਂ ਕਿ ਕਵੀ ਦੀ ਧੀ। ਇੱਥੇ ਧੀ ਤੋਂ ਭਾਵ ਹੈ ਔਰਤ ਜਾਤ, ਇਸਤਰੀ ਜਾਤੀ। ਠੀਕ ਹੈ, ਪੂਰਾ ਵਰਗ ਇਸਤਰੀ ਦਾ। ਠੀਕ ਹੈ, ਤਾਂ ਕਵੀ ਕਹਿੰਦਾ ਕਿ ਧਰਤੀ ਦੇ ਸੰਤੁਲਨ ਦੀ ਕਾਇਮੀ ਲਈ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਦੇ ਹੇਠਾਂ ਬਲਦ ਹੈ ਜਿਹੜਾ ਇਹਦਾ ਬੈਲੈਂਸ ਕਾਇਮ ਕਰਦਾ ਹੈ, ਜਾਂ ਫਿਰ ਧਰਮ ਹੈ, ਮਤਲਬ ਧਰਮ ਦੇ ਨਿਯਮਾਂ ਕਾਨੂੰਨਾਂ ਦੇ ਮੁਤਾਬਿਕ ਦੁਨੀਆ ਚੱਲਦੀ ਹੈ, ਤਾਈਓ ਜਿਹੜੀ ਹੈ ਇਹ ਧਰਮ ਦੇ ਆਸਰੇ 'ਤੇ ਟਿਕੀ ਹੋਈ ਹੈ। ਬੱਚੋ, ਜੇ ਲੋਕਾਂ ਦੇ ਵਿੱਚ ਬਹੁਤ ਸਾਰੇ ਕ੍ਰਾਈਮ, ਬਹੁਤ ਸਾਰੇ ਪਾਪ ਜਾਂ ਜ਼ੁਰਮ ਸਿਰਫ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਲੋਕਾਂ ਨੂੰ ਡਰ ਹੁੰਦਾ ਕਿ ਇੱਦਾਂ ਕਰਾਂਗੇ ਤਾਂ ਪਾਪ ਲੱਗੇਗਾ, ਪਰਮਾਤਮਾ ਦੇ ਦਰਬਾਰ 'ਚ ਮੂੰਹ ਦਿਖਾਉਣਾ ਹੈ, ਰੱਬ ਸਾਨੂੰ ਕੀ ਕਹੇਗਾ, ਰੱਬ ਸਾਨੂੰ ਸਾਡੇ ਬੁਰੇ ਕਰਮਾਂ ਦਾ ਫਲ ਦੇਗਾ। ਕਾਨੂੰਨ ਤੋਂ ਲੋਕ ਉਹਨਾਂ ਨਹੀਂ ਡਰਦੇ, ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਚੋਰ ਮੋਰੀਆਂ ਨੇ, ਲੋਕ ਬਚ ਕੇ ਨਿਕਲ ਜਾਂਦੇ ਨੇ, ਪਰ ਧਰਮ ਦੇ ਜਿਹੜੇ ਹੈ ਡਰਾਏ ਹੋਏ ਲੋਕ ਬਹੁਤ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਦੇ ਨੇ। ਤਾਂ ਕਵੀ ਕਹਿੰਦਾ ਜਾਂ ਧੌਲਾ ਬਲਦ ਧਰਤੀ ਨੂੰ ਟਿਕਾ ਕੇ ਰੱਖਿਆ ਹੋਇਆ ਆਪਣੇ ਸਿੰਘਾਂ 'ਤੇ, ਜਾਂ ਧਰਮ ਦੇ ਨਿਯਮਾਂ ਦੇ ਸਹਾਰੇ ਧਰਤੀ ਟਿਕੀ ਹੋਈ ਹੈ, ਜਾਂ ਕਹਿੰਦਾ ਜੇ ਕੋਈ ਤੀਸਰਾ ਹੈ ਤਾਂ ਉਹ ਇਸਤਰੀ ਹੈ, ਉਹ ਔਰਤ ਹੈ ਜਿਸਨੇ ਇਸ ਪੂਰੀ ਧਰਤੀ ਦਾ ਬੋਝ ਆਪਣੇ ਸਿਰ 'ਤੇ ਚੱਕਿਆ ਹੋਇਆ ਹੈ। ਉਹ ਕਹਿੰਦਾ ਧਰਤੀ ਤਾਂ ਬੋਝ ਹੈ, ਦੁੱਖ ਹੈ, ਕੋਝ ਹੈ, ਸਹਿੰਦੀ ਹੈ ਧੀ ਪਰ ਕਰਦੀ ਨਾ ਸੀ। ਕਹਿੰਦਾ ਧਰਤੀ 'ਤੇ ਮਣਾ ਮੂੰਹੀ ਬੋਝ ਲੱਦਿਆ ਹੋਇਆ ਹੈ, ਮਤਲਬ ਕੋਝ ਮਤਲਬ ਕੋਝਾਪਨ, ਬਦਸੂਰਤੀ। ਠੀਕ ਹੈ, ਦੁੱਖ ਤਕਲੀਫਾਂ, ਧਰਤੀ ਦੀਆਂ ਬਹੁਤ ਸਾਰੀਆਂ ਦੁੱਖ ਤਕਲੀਫਾਂ ਨੇ, ਬਹੁਤ ਸਾਰੀਆਂ ਬਦਸੂਰਤ ਚੀਜ਼ਾਂ ਨੇ, ਬਹੁਤ ਸਾਰਾ ਜ਼ੁਲਮ ਹੈ, ਬਹੁਤ ਸਾਰਾ ਤਸ਼ੱਦਦ ਹੈ। ਕਵੀ ਕਹਿੰਦਾ ਹੈ ਕਿ ਔਰਤ ਇਹਨਾਂ ਸਭ ਨੂੰ ਚੁੱਪ-ਚਾਪ ਸਹਿੰਦੀ ਹੈ ਧੀ, ਮਤਲਬ ਔਰਤ ਇਹਨਾਂ ਸਾਰੀਆਂ ਧਰਤੀ ਦੇ ਕੋਝੇਪਨ ਨੂੰ, ਘਟੀਆ ਰੀਤੀ ਰਿਵਾਜ਼, ਰਸਮਾਂ ਜਾਂ ਲੋਕ ਵਿਸ਼ਵਾਸ, ਜਾਂ ਆਪਾਂ ਕਹਿ ਸਕਦੇ ਹਾਂ ਔਰਤ ਪ੍ਰਤੀ ਵਿਚਾਰ, ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਆਪਾਂ ਕਹਾਂਗੇ ਕਿ ਸਨਮਾਨ ਲਾਇਕ ਨਹੀਂ ਹੈਗੀਆਂ, ਪਰ ਔਰਤ ਫਿਰ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੁੱਪਚਾਪ ਬਰਦਾਸ਼ਤ ਕਰਦੀ ਹੈ ਅਤੇ ਮੂੰਹੋਂ ਸੀ ਤੱਕ ਵੀ ਨਹੀਂ ਕਰਦੀ। ਮੀਨਸ ਬਿਨਾਂ ਬੋਲੇ ਚੁੱਪਚਾਪ ਹਰ ਤਰ੍ਹਾਂ ਦਾ ਧੱਕਾ, ਵਧੀਕੀ, ਜ਼ੁਲਮ ਬਰਦਾਸ਼ਤ ਕਰਦੀ ਜਾਂਦੀ ਹੈ। ਸ਼ਾਇਦ ਇਸੇ ਕਰਕੇ ਧਰਤੀ ਦਾ ਜਿਹੜਾ ਹੈ ਸੰਤੁਲਨ ਬਣਿਆ ਹੋਇਆ ਹੈ, ਚੱਲਦੀ ਹੈ। ਜੇ ਔਰਤ ਬਰਾਬਰ ਮਤਲਬ ਮਰਦ ਦੇ ਬਰਾਬਰ ਖੜ ਜੇ, ਬਹਿਸ ਕਰਨ ਲੱਗ ਜੇ, ਲੜਨ ਲੱਗ ਜੇ, ਕਿਉਂਕਿ ਔਰਤ ਨੂੰ ਸ਼ੁਰੂ ਤੋਂ ਹੀ ਸਹਿਣਸ਼ੀਲਤਾ ਦਾ ਪਾਠ ਸਿਖਾਇਆ ਗਿਆ ਹੈ। ਇਹ ਗੱਲ ਉਹ ਅੱਗੇ ਆ ਕੇ ਕਰਦਾ। ਅੱਗੇ ਪੜ੍ਹਦੇ ਹਾਂ ਆਪਾਂ ਇਸ ਚੀਜ਼ ਨੂੰ। ਅੱਗੇ ਜਾ ਕੇ ਕਹਿੰਦਾ ਧੌਲ ਤਾਂ ਥੱਕ ਕੇ ਬਹਿ ਗਿਆ,
ਇੱਥੇ ਇੱਕ ਲਾਈਨ ਮਿਸਿੰਗ ਹੈ ਬੱਚੋ, ਧਰਮ ਵੀ ਹਾਰਿਆ ਪੰਖ ਲਾ ਕੇ ਉੱਡ ਗਿਆ, ਪਰ ਧੀਆਂ ਨੂੰ ਥੱਕਣ ਦੀ ਪੰਖ ਲਾ ਉੱਡਣ ਦੀ ਜਾਚ ਹੀ ਨਹੀਂ। ਬਹੁਤ ਸੋਹਣੀਆਂ ਲਾਈਨ ਨੇ। ਉਹ ਕਹਿੰਦਾ ਕਿ ਧੌਲਾ ਬਲਦ ਤਾਂ ਇੱਦਾਂ ਲੱਗਦਾ ਜਿਵੇਂ ਥੱਕ ਕੇ ਕਿਤੇ ਬੈਠ ਗਿਆ ਹੋਵੇ, ਮਤਲਬ ਧਰਤੀ ਦਾ ਬੋਝ ਹੁਣ ਉਹਨੇ ਨਹੀਂ ਚੱਕਿਆ ਵਿਆ। ਕਹਿਣ ਤੋਂ ਕੀ ਭਾਵ ਹੈ ਕਿ ਲੋਕਾਂ ਦਾ ਇਹ ਵਿਸ਼ਵਾਸ ਕਿ ਧੌਲੇ ਬਲਦ ਨੇ ਧਰਤੀ ਨੂੰ ਆਪਣੇ ਸਿੰਘਾਂ 'ਤੇ ਚੱਕਿਆ ਵਿਆ, ਉਹ ਖਤਮ ਹੋ ਗਿਆ ਹੈ। ਇੱਥੇ ਇੱਕ ਲਾਈਨ ਜਿਹੜੀ ਮਿਸਿੰਗ ਹੈ, ਉਹ ਧਰਮ ਵੀ ਹਾਰਿਆ ਪੰਖ ਲਾ ਕੇ ਉੱਡ ਗਿਆ, ਭਾਵ ਧਰਮ, ਲੋਕਾਂ ਦਾ ਧਰਮ ਤੋਂ ਵੀ ਵਿਸ਼ਵਾਸ ਜਿਹੜਾ ਹੈ ਉਹ ਉਸ ਹੱਦ ਤੱਕ ਨਹੀਂ ਰਿਹਾ। ਮਤਲਬ ਹੁਣ ਉਹ ਧਰਮ ਦੇ ਨਾਂ 'ਤੇ ਉਵੇਂ ਨਹੀਂ ਡਰਦੇ ਹੈਗੇ ਜਿਵੇਂ ਕਿਸੇ ਜ਼ਮਾਨੇ 'ਚ ਤਰਕਸ਼ੀਲ ਹੋ ਗਏ ਨੇ। ਬਹੁਤ ਸਾਰੇ ਲੋਕ ਧਰਮ ਨੂੰ ਮੰਨਦੇ ਵੀ ਹੈ ਨਹੀਂ ਈਵਨ। ਤਾਂ ਧਰਮ ਦੀ ਹੋਂਦ ਜਿਹੜੀ ਹੈ, ਕਹਿੰਦਾ ਐਂ ਲੱਗਦਾ ਜਿਵੇਂ ਪੰਖ ਲਾ ਕੇ ਉੱਡ ਗਿਆ ਹੋਵੇ, ਜਿਵੇਂ ਧਰਮ ਦੀ ਹੋਂਦ ਜਿਹੜੀ ਹੈ ਸਮਾਪਤ ਹੋ ਚੁੱਕੀ ਹੈ ਜਾਂ ਹੋ ਰਹੀ ਹੈ। ਧਾਰਮਿਕ ਅਕੀਦਿਆਂ 'ਚ ਲੋਕ ਪਹਿਲਾਂ ਵਰਗਾ ਵਿਸ਼ਵਾਸ ਨਹੀਂ ਕਰਦੇ, ਧਰਮ ਦਾ ਡਰ ਵੀ ਪਹਿਲਾਂ ਵਰਗਾ ਨਹੀਂ ਰਿਹਾ। ਤਾਂ ਤਿੰਨ ਚੀਜ਼ਾਂ ਨੇ ਉਹਨੇ ਕਿਹਾ, ਧਰਤੀ ਦਾ ਬੋਝ ਚੁੱਕਿਆ ਹੋਇਆ ਸੀ, ਧੌਲਾ ਬਲਦ ਜਿਹਦੇ ਬਾਰੇ ਉਹਨੇ ਗੱਲ ਕੀਤੀ ਥੱਕ ਕੇ ਬਹਿ ਗਿਆ, ਧਰਮ ਜਿਹਦੇ ਬਾਰੇ ਉਹਨੇ ਕਿਹਾ ਕਿ ਪੰਖ ਲਾ ਕੇ ਕਿਤੇ ਉੱਡ ਗਿਆ, ਤੇ ਰਹਿ ਕੌਣ ਗਿਆ? ਧੀਆਂ। ਕਹਿੰਦਾ ਧੀਆਂ ਨੂੰ ਥੱਕਣ ਦੀ ਪੰਖ ਲਾ ਉੱਡਣ ਦੀ ਜਾਚ ਹੀ ਨਹੀਂ। ਜਾਚ ਮਤਲਬ ਤਰੀਕਾ, ਸਲੀਕਾ, ਤਰੀਕਾ ਉਹਨਾਂ ਨੂੰ ਸਿਖਾਇਆ ਹੀ ਨਹੀਂ ਜਾਂਦਾ। ਕਹਿੰਦਾ ਸਾਰਾ ਸੰਤੁਲਨ ਦੀ ਜਿਹੜਾ ਹੈ ਕਾਇਮੀ ਦਾ ਬੋਝ ਹੁਣ ਔਰਤ ਜਾਤ 'ਤੇ ਆ ਗਿਆ, ਕਿਉਂਕਿ ਉਹਨਾਂ ਨੂੰ ਨਾ ਤਾਂ ਥੱਕ ਕੇ ਬੈਠਣਾ ਆਉਂਦਾ ਹੈ ਅਤੇ ਨਾ ਹੀ ਉਹਨਾਂ ਨੂੰ ਪੰਖ ਲਾ ਕੇ ਉੱਡਣਾ ਸਿਖਾਇਆ ਗਿਆ ਹੈ। ਮਤਲਬ ਉਹਨਾਂ ਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਸਹਿਨਸ਼ੀਲ ਹੋਣਾ ਅਤੇ ਆਪਣੀ ਜ਼ਿੰਮੇਵਾਰੀਆਂ ਦਾ ਪਾਲਣ ਕਰਨਾ। ਇਸ ਕਰਕੇ ਨਾ ਤਾਂ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਕੇ ਥੱਕ ਕੇ ਬੈਠ ਸਕਦੀਆਂ ਨੇ, ਨਾ ਹੀ ਉਹਨਾਂ ਨੂੰ ਬਗਾਵਤ ਕਰਨਾ ਸਿਖਾਇਆ ਗਿਆ ਹੈ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਰੋਧ ਕਰਨ। ਪੰਖ ਲਾ ਕੇ ਉੱਡਣ ਤੋਂ ਭਾਵ ਹੈ ਕਿ ਆਜ਼ਾਦੀ ਦਾ ਆਨੰਦ ਮਾਣਨ। ਉਹਨਾਂ ਨੂੰ ਸ਼ੁਰੂ ਤੋਂ ਸਿਖਾਇਆ ਗਿਆ ਕਿ ਸਹਿਨਸ਼ੀਲ ਬਣੇ ਰਹੋ ਅਤੇ ਚੀਜ਼ਾਂ ਨੂੰ ਬਰਦਾਸ਼ਤ ਕਰਦੇ ਰਹੋ। ਅਤੇ ਕਹਿੰਦਾ ਹੁਣ ਮਤਲਬ ਪੂਰੀ ਧਰਤੀ ਦਾ ਜਿਹੜਾ ਬੋਝ ਹੈ, ਉਹਦੇ ਸੰਤੁਲਨ ਦੀ ਕਾਇਮੀ ਜਿਹੜੀ ਹੈ ਉਹ ਸਿਰਫ ਔਰਤ ਜਾਤ ਦੇ ਸਿਰ ਆ ਗਈ ਹੈ। ਅੱਗੇ ਜਾ ਕੇ ਉਹ ਕਹਿੰਦਾ ਚਤੁਰਮੁਖ ਬ੍ਰਹਮਾ ਨੇ ਦੁਨੀਆ ਬਣਾਈ। ਚਤੁਰਮੁਖ ਮੀਨਸ ਤੁਹਾਨੂੰ ਬੱਚੋ ਵੈਰੀ ਸ਼ਾਰਟ ਕੁਐਸਚਨ ਪੁੱਛਿਆ ਜਾ ਸਕਦਾ ਹੈ, ਦੁਨੀਆ ਕਿਸਨੇ ਬਣਾਈ? ਬ੍ਰਹਮਾ ਨੇ। ਕਿੰਨੇ ਮੂੰਹ ਵਾਲੇ? 4 ਮੂੰਹ ਵਾਲੇ। ਚਤੁਰ ਮੀਨਸ 4। ਦੁਨੀਆ ਬਣਾਈ, ਉਹਨੇ ਦੁੱਖ ਬਣਾਏ ਸਹਿਸ ਭੁਜ। ਸਹਿਸ ਮਤਲਬ ਹਜ਼ਾਰਾਂ, ਭੁਜ ਮੀਨਸ ਭੁਜਾ ਵਾਲੇ, ਹਜ਼ਾਰਾਂ ਬਾਵਾਂ ਵਾਲੇ ਉਹਨੇ ਦੁੱਖ ਬਣਾਏ। ਠੀਕ ਹੈ, ਮਤਲਬ ਬਹੁਤ ਜ਼ਿਆਦਾ ਦੁੱਖ, ਭਿਅੰਕਰ ਦੁੱਖ ਤਕਲੀਫਾਂ। ਜਦੋਂ ਉਹਨੇ ਦੁਨੀਆ ਸਾਜੀ ਤਾਂ ਬਹੁਤ ਸਾਰੇ ਦੁੱਖ ਤਕਲੀਫਾਂ ਨੂੰ ਵੀ ਇਸ ਧਰਤੀ 'ਤੇ ਨਾਲ ਹੀ ਜਨਮ ਦਿੱਤਾ। ਉਹਨਾਂ ਸੰਗ ਲੜਨ ਲਈ ਇੱਕ ਦੇਵੀ ਅਸ਼ਟਭੁਜੀ ਹੈ ਅਤੇ ਉਹਨਾਂ ਦੁੱਖਾਂ ਦਾ ਨਾਸ਼ ਕਰਨ ਵਾਲੀ ਇੱਕੋ ਇੱਕ ਦੇਵੀ। ਅਸ਼ਟਭੁਜੀ ਮਤਲਬ 8 ਬਾਹਾਂ ਵਾਲੀ, ਭੁਜੀ ਮੀਨਸ ਭੁਜਾ, ਬਾਹਾਂ, ਅਸ਼ਟ ਮੀਨਸ 8। ਅਸ਼ਟਭੁਜੀ ਦੇਵੀ ਕੌਣ ਹੈ? ਦੇਵੀ ਦੁਰਗਾ। ਅਤੇ ਕਹਿੰਦਾ ਸ੍ਰਿਸ਼ਟੀ ਦਾ ਨਿਰਮਾਣ ਕੀਤਾ, ਬਹੁਤ ਸਾਰੇ ਦੁੱਖ ਤਕਲੀਫਾਂ ਵੀ ਦਿੱਤੇ, ਅਤੇ ਉਹਨਾਂ ਦੇ ਨਾਲ ਲੜਨ ਵਾਸਤੇ ਇੱਕ 8 ਭੁਜਾ ਵਾਲੀ ਦੁਰਗਾ ਦੇਵੀ ਸੀ ਜਿਹੜਾ ਅਵਤਾਰ ਉਹਨੇ ਧਾਰਨ ਕੀਤਾ। ਕਹਿੰਦਾ ਪਰ ਧੀ ਤਾਂ ਹੈ ਇੱਕ ਮਨੁੱਖ, ਉਹ ਵੀ ਅੱਧੀ ਮਸਾਂ ਪਾਉਣੀ, ਉਹ ਦੁੱਖਾਂ ਸੰਗ ਲੜਦੀ ਨਹੀਂ, ਦੁੱਖ ਚੁੱਕਦੀ ਹੈ। ਪਰ ਉਹ ਕਹਿੰਦਾ ਕਿ ਜਿਹੜੀ ਔਰਤ ਹੈ, ਧੀ ਮਤਲਬ ਜੋ ਸਧਾਰਨ ਔਰਤ ਹੈ, ਉਹ ਕੋਈ ਦੁਰਗਾ ਦੇਵੀ ਵਾਂਗ ਦੇਵੀ ਸ਼ਕਤੀ ਤਾਂ ਨਹੀਂ ਹੈ ਜਿਹੜੀ ਇਹਨਾਂ ਦੁੱਖਾਂ ਦਾ ਮੁਕਾਬਲਾ ਕਰ ਸਕੇ। ਉਹ ਤਾਂ ਇੱਕ ਸਧਾਰਨ ਜਿਹੀ ਮਨੁੱਖ ਹੈ। ਫਿਰ ਅੱਗੇ ਜਾ ਕੇ ਇਹਦੇ ਵਿੱਚ ਵੀ ਵਿਅੰਗ ਕਰਦਾ ਕਿ ਮਨੁੱਖ ਵੀ ਪੂਰੀ ਨਹੀਂ ਹੈ, ਕਿਉਂਕਿ ਉਹਨੂੰ ਸਮਾਜ ਦੇ ਵਿੱਚ ਆਦਮੀ ਦੇ ਬਰਾਬਰ, ਮਰਦ ਦੇ ਬਰਾਬਰ ਅਧਿਕਾਰ ਪ੍ਰਾਪਤ ਨਹੀਂ ਹੈਗੇ। ਸਰੀਰਕ ਤੌਰ 'ਤੇ ਉਹ ਵੈਸੇ ਹੀ ਕਮਜ਼ੋਰ ਹੈ, ਉਹ ਕੁਦਰਤ 'ਤੇ ਹੀ ਮਤਲਬ ਉਹਨੂੰ ਫਿਜ਼ੀਕਲੀ ਵੀਕ ਰੱਖਿਆ ਹੈ, ਔਰ ਸਮਾਜਿਕ ਤੌਰ 'ਤੇ ਉਹਨੂੰ ਦੁਨੀਆ ਨੇ ਵਿਰਵਾ ਰੱਖਿਆ ਹੈ ਉਹਦੇ ਹੱਕਾਂ ਤੋਂ। ਠੀਕ ਹੈ, ਤਾਂ ਕਹਿੰਦਾ ਹਾਲਾਂਕਿ ਇਮੋਸ਼ਨਲੀ ਉਹ ਬਹੁਤ ਸਟਰੋਂਗ ਹੈ, ਮਰਦਾਂ ਨਾਲੋਂ ਬਹੁਤ ਸਟਰੋਂਗ ਹੁੰਦੀਆਂ ਔਰਤਾਂ, ਬਹੁਤ ਕੁਝ ਬਰਦਾਸ਼ਤ ਕਰ ਲੈਂਦੀਆਂ ਨੇ, ਪਰ ਇੱਥੇ ਸਮਾਜਿਕ ਤੌਰ 'ਤੇ ਉਹਦੇ ਹੱਕਾਂ ਦੀ ਗੱਲ ਕੀਤੀ ਗਈ ਹੈ। ਤਾਂ ਕਹਿੰਦਾ ਉਹ ਵੀ ਅੱਧੀ ਪਾਉਣੀ ਹੈ, ਮਤਲਬ ਉਹਨੂੰ ਵੀ ਪੂਰੇ ਮਨੁੱਖ ਜਿੰਨਾ ਦਰਜਾ ਪ੍ਰਾਪਤ ਨਹੀਂ ਹੈ, ਭਾਵ ਉਹਨੂੰ ਵੀ ਮਰਦ ਦੇ ਬਰਾਬਰ ਨਹੀਂ ਮੰਨਿਆ ਗਿਆ। ਤਾਂ ਫਿਰ ਉਹ ਦੁਰਗਾ ਦੇਵੀ ਵਾਂਗ ਦੁੱਖਾਂ ਸੰਗ ਲੜ ਤਾਂ ਨਹੀਂ ਸਕਦੀ। ਕਹਿੰਦਾ ਉਹ ਦੁੱਖ ਚੁੱਕਦੀ ਹੈ, ਮਤਲਬ ਸਿਰਫ ਉਹ ਦੁੱਖ ਬਰਦਾਸ਼ਤ ਕਰਦੀ ਹੈ। ਠੀਕ ਹੈ, ਕਿਉਂਕਿ ਉਹਦੀ ਹੋਂਦ ਜਿਹੜੀ ਐਡੀ ਮਜ਼ਬੂਤ ਨਹੀਂ ਹੈ ਇਸ ਸਮਾਜ ਦੇ ਵਿੱਚ ਕਿ ਉਹਨਾਂ ਦੁੱਖਾਂ ਦਾ ਟਾਕਰਾ ਕਰ ਸਕੇ, ਮੁਕਾਬਲਾ ਕਰ ਸਕੇ, ਉਹਨਾਂ ਨੂੰ ਤਿਲਾਂਜਲੀ ਦੇ ਸਕੇ ਜਾਂ ਬਗਾਵਤ ਕਰ ਸਕੇ। ਤਾਂ ਫਿਰ ਇੱਕ ਮਤਲਬ ਤਰਸ ਦੀ ਭਾਵਨਾ ਹੈ। ਪਰ ਜੋ ਪੂਰੀ ਕਵਿਤਾ ਦੀ ਸੁਰ ਕਰੁਣਾਮਈ ਹੈ। ਕੁਐਸਚਨ ਪੁੱਛਿਆ ਜਾ ਸਕਦਾ ਹੈ ਕਵਿਤਾ ਦੀ ਸੁਰ ਕਿਹੋ ਜਿਹੀ ਹੈ? ਕਰੁਣਾਮਈ ਹੈ। ਤਾਂ ਲਾਸਟ ਪੈਰਾਗ੍ਰਾਫ ਦੇ ਵਿੱਚ ਉਹ ਕਹਿੰਦਾ ਧਰਤੀ ਦੇ ਹੇਠਾਂ ਕਦੇ ਧੌਲ ਸੀ, ਧਰਮ ਸੀ ਪਾਸ ਚਲਾ ਗਿਆ, ਹੁਣ ਮੇਰੀ ਧੀ ਹੈ। ਧਰਤੀ ਦੇ ਹੇਠਾਂ ਕਹਿੰਦਾ ਕਦੇ ਧੌਲਾ ਬਲਦ ਮੰਨਿਆ ਜਾਂਦਾ ਸੀ, ਉਹ ਸੀ, ਪਰ ਹੁਣ ਨਹੀਂ ਹੈ। ਧਰਮ ਸੀ, ਧਰਮ ਦੀ ਲੋਕ ਪਾਲਣਾ ਕਰਦੇ ਸੀ, ਤਾਂ ਉਹਨਾਂ ਨਿਯਮਾਂ ਦੇ ਆਸਰੇ ਧਰਤੀ ਟਿਕੀ ਹੋਈ ਸੀ, ਉਹ ਵੀ ਵਿਸ਼ਵਾਸ ਉੱਠ ਗਿਆ। ਪਰ ਹੁਣ ਧੀ ਯਾਨੀ ਕਿ ਔਰਤ ਹਲੇ ਵੀ ਪੂਰੀ ਧਰਤੀ ਦੇ ਜਿਹੜਾ ਹੈ ਸਮਾਜਿਕ ਸੰਤੁਲਨ ਦੀ ਕਾਇਮੀ ਦਾ ਜਿੰਮਾ ਉਠਾਇਆ ਹੋਇਆ ਹੈ। ਉਹ ਹਲੇ ਵੀ ਪੂਰੀ ਧਰਤੀ ਦਾ ਜਿਹੜਾ ਸੰਤੁਲਨ ਹੈ ਉਹ ਕਾਇਮ ਰੱਖ ਰਹੀ ਹੈ। ਭਾਵ ਪੂਰੀ ਧਰਤੀ ਦਾ ਬੋਝ ਹੁਣ ਔਰਤ ਦੇ ਮੋਢਿਆਂ 'ਤੇ ਆ ਗਿਆ ਹੈ, ਜਿਹੜੀ ਕਿ ਚੁੱਪਚਾਪ ਹਰੇਕ ਚੀਜ਼ ਨੂੰ ਬਰਦਾਸ਼ਤ ਕਰਦੀ ਹੈ ਅਤੇ ਕੁਝ ਵੀ
नहीं बोलती। सो बच्चों ये सी साड़ी कविता। मैं थोड़ा मतलब एक क्विक, हालांकि मैं काफ़ी डिटेल फिर भी देती ਤੁਹਾਨੂੰ ਇਹਦਾ ਰਿਵਿਊ ਜਿਹਾ ਦੇਣਾ ਸੀਗਾ, ਕਿਉਂਕਿ ਜ਼ੂਮ ਸੈਸ਼ਨ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਅਸੀਂ ਕੀਤੀ ਹੋਈ ਆ। ਅਗੇਨ ਕੱਲ੍ਹ ਦੇ ਜ਼ੂਮ ਸੈਸ਼ਨ ਦੇ ਵਿੱਚ ਆਪਾਂ, ਜੇ ਤੁਹਾਨੂੰ ਕੋਈ ਡਾਊਟ ਹੋਇਆ ਤੁਸੀਂ ਪੁੱਛ ਸਕਦੇ ਹੋ। ਹਾਲਾਂਕਿ ਇਹ ਰਿਵੀਜ਼ਨ ਹੈ, ਕੱਲ੍ਹ ਟੈਸਟ ਹੈ ਵੈਸੇ ਤੁਹਾਡਾ, ਪਰ ਸੰਸਦ ਵਿਆਖਿਆ ਦਾ ਐਂਡ ਵੈਰੀ ਸ਼ਾਰਟ ਕੁਐਸਚਨਸ ਜੋ ਤੁਹਾਨੂੰ ਭੇਜੇ ਹੋਏ ਆ PDF ਦੇ ਵਿੱਚ, ਉਹਨਾਂ ਦੇ ਆਨਸਰ ਤੁਸੀਂ ਲੱਭੋਗੇ, ਉਹਨਾਂ ਦਾ ਡੈਫੀਨੇਟਲੀ ਮੈਂ ਤੁਹਾਨੂੰ ਆਨਸਰ ਦਿਆਂਗੀ ਜੇ ਤੁਹਾਨੂੰ ਇਸ ਕਵਿਤਾ ਦੇ ਵਿੱਚ ਕਿਤੋਂ ਵੀ ਨਹੀਂ ਮਿਲਦੇ। Afterwards there will be a Google test of the same, so please revise the poem properly and have a nice day. Thank you.